ਕੀ ਹਾਲ ਨੇ ਸਾਥੀਓ। ਕੱਲ ਆਪਾਂ ਆਪਣਾ ਟੌਪਿਕ ਕੀਤਾ ਸੀਗਾ। ਟੌਪਿਕ ਸੀਗਾ ਕੁਝ ਸਟੈਟਿਕ MCQs ਜੋ ਪੰਜਾਬ ਪੁਲਿਸ ਜਾਂ ਪੰਜਾਬ ਦੇ ਐਗਜ਼ਾਮਾਂ ਦੇ ਵਿੱਚੋਂ ਹਮੇਸ਼ਾ ਪੁੱਛੇ ਜਾਂਦੇ ਨੇ। ਸਾਓ ਸਾਥੀਓ, ਆਪਾਂ ਉਹਨੂੰ ਲੜੀ ਨੂੰ ਅੱਗੇ ਵਧਾਈਏ, ਅੱਗੇ ਆਪਾਂ ਪੜ੍ਹਨਾ ਸਟਾਰਟ ਕਰੀਏ। ਸਾਥੀਓ, ਅਸੀਂ ਦੇਖਦੇ ਹਾਂ ਕਿ 13 ਦਸੰਬਰ 1946 ਨੂੰ ਇੱਕ ਆਬਜੈਕਟਿਵ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀ। ਜਿਹੜੇ ਸਾਡੇ ਅੱਜ ਦੇ ਮੌਲਿਕ ਅਧਿਕਾਰ ਨੇ, ਧਿਆਨ ਰੱਖਣਾ, ਫੰਡਾਮੈਂਟਲ ਰਾਈਟਸ ਨੇ, ਅਸੀਂ ਦੇਖਦੇ ਹਾਂ ਕਿ ਉਹਦੀ ਗੱਲ ਸਭ ਤੋਂ ਪਹਿਲਾਂ 13 ਦਸੰਬਰ 1946 ਦੇ ਵਿੱਚ ਕੀਤੀ ਗਈ ਸੀ ਕਿ ਲੋਕਾਂ ਨੂੰ ਮੌਲਿਕ ਅਧਿਕਾਰ ਮਿਲਣੇ ਚਾਹੀਦੇ ਨੇ। ਕੁਐਸਚਨ ਇਹ ਬਣਦਾ ਕਿ ਉਹ ਮੌਲਿਕ ਅਧਿਕਾਰ ਜਿਹੜੇ ਸਾਨੂੰ ਮਿਲਣੇ ਚਾਹੀਦੇ ਨੇ ਉਹਦੀ ਗੱਲ ਕਰਨ ਵਾਲੇ ਬੰਦੇ ਕੌਣ ਸੀਗੇ, ਆਬਜੈਕਟਿਵ ਰੈਜ਼ੋਲੂਸ਼ਨ ਨੂੰ ਪਾਸ ਕਰਨ ਵਾਲੇ ਬੰਦੇ ਕੌਣ ਸੀ? ਤਾਂ ਉਹ ਸੀਗੇ ਸਾਡੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ। ਨਹਿਰੂ ਜੀ ਦੁਆਰਾ ਅਸੀਂ ਦੇਖਦੇ ਹਾਂ ਕਿ ਇਹ ਸਟਾਰਟ ਕੀਤਾ ਗਿਆ ਸੀ। ਅਗਲੇ ਕੁਐਸਚਨ ਵੱਲ ਵਧਦੇ ਹਾਂ। ਕੁਐਸਚਨ ਸਾਥੀਓ ਬਹੁਤ ਵਧੀਆ ਕੁਐਸਚਨ, ਸਾਇੰਸ ਦਾ ਕੁਐਸਚਨ ਆ ਕਿ ਧਰਤੀ 'ਤੇ ਜਿਹੜੀ ਗ੍ਰੈਵਿਟੀ ਹੁੰਦੀ ਹੈ, ਗੁਰਤਾਕਰਸ਼ਣ, ਜੇਕਰ ਧਰਤੀ ਬਿਲਕੁਲ ਵਿਚਾਲੇ ਚਲੇ ਜਾਈਏ ਤਾਂ ਵੈਲਿਊ ਕਿੰਨੀ ਬਣ ਜਾਂਦੀ ਆ? ਸਾਥੀਓ, ਜਿਵੇਂ ਹੁਣ ਤੁਹਾਨੂੰ ਪਤਾ ਆਪਾਂ ਧਰਤੀ ਦੇ ਉੱਪਰ ਰਹਿ ਰਹੇ ਹਾਂ, ਧਰਤੀ ਦੇ ਧਰਾਤਲ 'ਤੇ ਰਹਿ ਰਹੇ ਹਾਂ। ਧਰਤੀ ਦੇ ਧਰਾਤਲ 'ਤੇ ਗ੍ਰੈਵਿਟੀ ਛੋਟੀ ਜੀ ਦੀ ਵੈਲਿਊ ਹਮੇਸ਼ਾ 9.8 ਨਿਊਟਨ ਹੁੰਦੀ। ਸਾਥੀਓ ਧਿਆਨ ਰੱਖਣਾ, ਤਾਂ 9.8 ਵੈਲਿਊ ਹੈ ਧਰਤੀ ਧਰਾਤਲ 'ਤੇ। ਜਿਵੇਂ ਜਿਵੇਂ ਧਰਤੀ ਦੇ ਧਰਾਤਲ ਤੋਂ ਭਾਵ ਜਿੱਥੇ ਆਪਾਂ ਰਹਿ ਰਹੇ ਹਾਂ ਇਹ ਤੋਂ ਉੱਪਰ ਜਾਵਾਂਗੇ ਜਾਂ ਇਹਦੇ ਵਿੱਚ ਜਾਵਾਂਗੇ, ਉੱਪਰ ਜਾ ਰਹੇ ਹਾਂ ਤਾਂ ਵੀ ਘਟਦੀ ਆ, ਵਿੱਚ ਜਾ ਰਹੇ ਹਾਂ ਤਾਂ ਵੀ ਘਟਦੀ ਆ। ਧਰਤੀ ਦੇ ਸੈਂਟਰ 'ਤੇ ਜਾ ਕੇ ਇਹ ਕਿੰਨੀ ਹੋ ਜਾਂਦੀ ਆ? 0 ਹੋ ਜਾਂਦੀ ਆ। ਸਾਥੀਓ, ਜੇ ਕੁਐਸਚਨ ਆਉਂਦਾ ਕਿ ਧਰਤੀ ਦਾ ਸੈਂਟਰ ਧਰਾਤਲ ਤੋਂ ਕਿੰਨੀ ਦੂਰ ਆ, ਤਾਂ ਅਸੀਂ ਦੇਖਦੇ ਹਾਂ ਕਿ ਸੈਂਟਰ ਤੋਂ ਧਰਤੀ ਦਾ ਧਰਾਤਲ 6400 ਕਿਲੋਮੀਟਰ ਦੂਰ ਆ। ਜੇ ਆਪਾਂ ਟੋਆ ਪੱਟੀਏ 6400 ਕਿਲੋਮੀਟਰ ਡੂੰਘਾ ਤਾਂ ਅਸੀਂ ਧਰਤੀ ਦੇ ਬਿਲਕੁਲ ਸੈਂਟਰ 'ਤੇ ਪਹੁੰਚ ਜਾਵਾਂਗੇ। ਪਰ ਸਾਨੂੰ ਪਤਾ ਕਿ ਅੱਜ ਤੱਕ ਹਜੇ ਉਹ ਟੋਆ ਇੰਨਾ ਲੰਬਾ ਪੱਟਿਆ ਨਹੀਂ ਗਿਆ। ਅਸੀਂ ਹੁਣ ਜਦੋਂ ਮੰਨ ਲਾ ਬੋਰ ਕਰਦੇ ਹਾਂ ਤਾਂ ਵੱਧ ਤੋਂ ਵੱਧ ਕੀ ਹੈ 300 ਫੁੱਟ 400 ਫੁੱਟ, ਭਾਵ 300 400 ਫੁੱਟ ਕਿੰਨਾ ਹੋ ਗਿਆ, ਕਿਲੋਮੀਟਰ ਤੱਕ ਦਾ ਦੈਟ ਇਜ਼ ਕੀ ਕਰਦੇ ਹਾਂ ਅਸੀਂ ਬੋਰ ਕਰਦੇ ਹਾਂ। ਪਰ 6400 ਕਿਲੋਮੀਟਰ ਤੱਕ ਦਾ ਬੋਰ ਹਜੇ ਤੱਕ ਆਪਾਂ ਦੈਟ ਇਜ਼ ਕੀ ਨਹੀਂ ਕਰ ਪਾਏ। ਅੱਗੇ ਗੱਲ ਨੂੰ ਵਧਾਉਣੇ ਆ। ਅਗਲਾ ਕੁਐਸਚਨ ਆ ਕਿ ਜਿਹੜੀਆਂ ਆਪਣੇ ਭਾਂਡੇ ਮਾਂਜਣ ਵਾਲੀਆਂ ਸਾਬਣਾਂ ਹੁੰਦੀਆਂ ਨੇ ਜਾਂ ਡਿਟਰਜੈਂਟਸ ਹੁੰਦੇ ਨੇ ਹੈ ਨਾ, ਕੱਪੜੇ ਧੋਣ ਵਾਲੇ, ਉਹਦੇ ਵਿੱਚ ਮੁੱਖ ਤੌਰ 'ਤੇ ਕਿਹੜਾ ਸਾਲਟ ਹੁੰਦਾ? ਕਿਹੜਾ ਸਾਲਟ ਹੁੰਦਾ ਜਿਹੜਾ ਕਿ ਦੈਟ ਇਜ਼ ਕਿ ਕੱਪੜੇ ਧੋਣ ਵਾਲੇ ਸਾਬਣਾਂ ਜਾਂ ਡਿਟਰਜੈਂਟਸ 'ਚ ਹੁੰਦਾ? ਤਾਂ ਉੱਤਰ ਸਲਫੇਟ। ਸਲਫੇਟ ਪਾਇਆ ਜਾਂਦਾ ਜਿਹੜੇ ਆਪਾਂ ਕੱਪੜੇ ਧੋਣੇ ਆ। ਅਗਲਾ ਕੁਐਸਚਨ ਆ, ਇਹ ਬਿਮਾਰੀਆਂ ਦੇ ਨਾਂ ਨੇ ਬੰਟ, ਇੱਕੀ, ਡਾਊਨੀ। ਤਾਂ ਕੁਐਸਚਨ ਇਹ ਬਣਦਾ ਕਿ ਗਰਾਊਂਡ ਨਟ ਸਾਥੀਓ ਕਿਹਨੂੰ ਕਹਿੰਦੇ ਨੇ? ਗਰਾਊਂਡ ਨਟ ਕਹਿੰਦੇ ਨੇ ਮੂੰਗਫਲੀ ਨੂੰ। ਤਾਂ ਇਹਨਾਂ ਵਿੱਚੋਂ ਕਿਹੜੀ ਬਿਮਾਰੀ ਜਿਹੜੀ ਹੈਗੀ ਆ ਉਹ ਮੂੰਗਫਲੀ ਦੀ ਬਿਮਾਰੀ ਆ। ਜਿਵੇਂ ਸਾਨੂੰ ਪੇਪਰ 'ਚ ਕੁਐਸਚਨ ਆਇਆ ਥੋੜ੍ਹਾ ਯਾਦ ਹੋਊਗਾ ਪਟਵਾਰੀ 'ਚ, ਪਿੰਕ ਵੋਮ ਇੱਕ ਬਿਮਾਰੀ ਆ। ਕਿਹਦੀ ਬਿਮਾਰੀ ਆ? ਤਾਂ ਅਸੀਂ ਦੇਖਿਆ ਸੀ ਕਿ ਕਪਾਹ ਦੀ, ਗੁਲਾਬੀ ਸੁੰਡੀ, ਕਿਹਦੀ ਬਿਮਾਰੀ ਸੀਗੀ? ਕਪਾਹ ਦੀ ਬਿਮਾਰੀ ਸੀ। ਉਵੇਂ ਕੁਐਸਚਨ ਆਉਂਦਾ ਕਿ ਜਿਹੜੀ ਮੂੰਗਫਲੀ ਹੁੰਦੀ ਆ ਉਹਦੀ ਕਿਹੜੀ ਬਿਮਾਰੀ ਹੁੰਦੀ ਆ? ਉਹਦਾ ਉੱਤਰ ਹੈਗਾ ਇੱਕੀ ਬਿਮਾਰੀ ਜਿਹੜੀ ਹੈਗੀ ਆ ਉਹ ਅਟੈਚ ਆ ਕਿਹਦੇ ਨਾਲ? ਗਰਾਊਂਡ ਨਟ ਨਾਲ। ਆਲਾ ਕੁਐਸਚਨ ਤੁਹਾਨੂੰ ਸਾਥੀ ਸਭ ਨੂੰ ਪਤਾ ਹੀ ਹੋਣਾ ਗਾ ਕਿ ਫਲਾਇੰਗ ਸਿੱਖ, ਉੜਦਾ ਸਿੱਖ ਕਿਸ ਨੂੰ ਕਿਹਾ ਜਾਂਦਾ? ਤਾਂ ਸਾਡੇ ਬਹੁਤ ਹੀ ਪ੍ਰਸਿੱਧ ਅਤੇ ਲੇਟ ਦੈਟ ਇਜ਼ ਕੀ ਨੇ ਰੇਸਰ ਸੀਗੇ ਮਿਲਖਾ ਸਿੰਘ ਜੀ, ਉਹਨਾਂ ਨੂੰ ਕੀ ਕਹਿੰਦੇ ਸੀਗੇ? ਦੈਟ ਇਜ਼ ਫਲਾਇੰਗ ਸਿੱਖ ਕਿਹਾ ਜਾਂਦਾ। ਅੱਗੇ ਵੱਧਦੇ ਹਾਂ। ਅਗਲਾ ਕੁਐਸਚਨ ਆ ਕਿ ਇੱਕ ਨਾ ਸਾਨੂੰ ਭੀਮ ਬੇਟਕਾ ਨਾਂ ਦੀਆਂ ਇੱਕ ਚਟਾਨਾਂ ਮਿਲਦੀਆਂ ਨੇ, ਰੌਕਸ ਮਿਲਦੀਆਂ ਨੇ, ਗੁਫਾਵਾਂ ਮਿਲਦੀਆਂ ਨੇ। ਤਾਂ ਉਹ ਭੀਮ ਬੇਟਕਾ ਗੁਫਾਵਾਂ ਜਿਹੜੀਆਂ ਹੈਗੀਆਂ ਨੇ ਤਾਂ ਉੱਥੇ ਪੁਰਾਣੇ ਲੋਕਾਂ ਦੀ ਕਿਹਦੇ ਕੀਤਾ ਹੋਇਆ, ਜਿਵੇਂ ਆਪਾਂ ਰੌਕ ਕੱਟ ਕੇਵਸ ਹੁੰਦੀਆਂ ਨੇ ਜਾਂ ਉਹਦੀ ਮੀਨਾਕਾਰੀ ਮਿਲਦੀ ਆ। ਕੁਐਸਚਨ ਇਹ ਆਉਂਦਾ ਵੀ ਉਹਨਾਂ ਦੀ ਗਿਣਤੀ ਕਿੰਨੀ ਆ? ਇਹ ਜਿਹੀਆਂ ਗੁਫਾਵਾਂ ਭੀਮ ਬੇਟਕਾ ਦੀ ਗਿਣਤੀ ਕਿੰਨੀ ਆ? ਤਾਂ ਉੱਤਰ ਹੈਗਾ 243 ਭੀਮ ਬੇਟਕਾ ਗੁਫਾਵਾਂ ਸਾਨੂੰ ਕੀ ਮਿਲਦੀਆਂ ਨੇ। ਤੁਸੀਂ ਮੈਨੂੰ ਕਮੈਂਟ ਬਾਕਸ 'ਚ ਭੇਜਣਾ ਕਿ ਭੀਮ ਬੇਟਕਾ ਗੁਫਾਵਾਂ ਕਿਹੜੇ ਰਾਜ ਦੇ ਵਿੱਚ ਮਿਲਦੀਆਂ ਨੇ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਕਿਹੜੇ ਰਾਜ 'ਚ ਭੀਮ ਬੇਟਕਾ ਗੁਫਾਵਾਂ ਮਿਲਦੀਆਂ। ਅਗਲਾ ਕੁਐਸਚਨ ਆ ਪੋਰਟ ਬਲੇਅਰ ਭਾਰਤ ਦਾ ਸਭ ਤੋਂ ਐਂਡ ਵਾਲਾ ਪੁਆਇੰਟ ਆ। ਤਾਂ ਕਿਹੜੇ ਦੀਪ ਸਮੂਹ ਦੇ ਵਿੱਚ ਆਉਂਦਾ? ਅੰਡੇਮਾਨ ਨੂੰ ਆਪਾਂ 3 ਭਾਗਾਂ 'ਚ ਵੰਡਦੇ ਹਾਂ, ਉੱਤਰੀ ਅੰਡੇਮਾਨ, ਮੱਧ ਅੰਡੇਮਾਨ ਅਤੇ ਦੱਖਣੀ ਅੰਡੇਮਾਨ। ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜਾ ਦੱਖਣ ਦੇ ਵਿੱਚ ਆ
दैट इज साउथ अंडेमान। सब तो लास्ट पॉइंट अपना पोर्ट ब्लेयर, तो साउथ अंडेमान सानू देखने को मिलता साथियों। अगला क्वेश्चन बहुत वधिया, साडे संविधान दे विच सानू एक मौलिक अधिकार मिलिया होया कि किसी भी व्यक्ति नूं किसी भी गलती की 2 बार सज़ा नहीं दी जा सकती। तो 2 बार सज़ा नहीं मिल सकती, एक गलती की 1 बार सज़ा मिलू। किहड़ा फंडामेंटल राइट कहता, तो आर्टिकल 20 दे विच 19वां आर्टिकल जिहड़ा हैगा वो सुतंत्रता का अधिकार आ। 20वां आर्टिकल राइट टू कन्विक्शन डबल वाला हो गया। 21वें दे विच जिहड़ा हैगा वो दैट इज़ गल्लां करदा राइट टू लाइफ दियां, लाइफ एंड लिबर्टी ਇਹਦੇ ਨਾਲ ਅਟੈਚ ਆ। ਤੇ 22ਵਾਂ ਜਿਹੜਾ ਅਟੈਚ ਆ ਉਹ ਰਾਈਟ ਟੂ ਅਰੈਸਟ ਐਂਡ ਡਿਟੈਂਸ਼ਨ ਦੇ ਨਾਲ ਅਟੈਚ ਆ। ਤੇ ਚਾਰੇ ਆਰਟੀਕਲ ਸੁਤੰਤਰਤਾ ਦੇ ਅਧਿਕਾਰਾਂ ਦੇ ਵਿੱਚ ਕਾਊਂਟ ਕੀਤੇ ਜਾਂਦੇ ਨੇ ਸਾਥੀਓ। ਅਗਲਾ ਕੁਐਸਚਨ ਥੋੜਾ ਜਿਹਾ ਔਖਾ ਵਿਦਆਊਟ ਸਾਇੰਸ ਵਾਲੇ ਸਟੂਡੈਂਟਸ ਵਾਸਤੇ। ਕੁਐਸਚਨ ਇਹ ਕੀ ਹੈ ਕਿ ਜਿਹੜਾ ਵਰਕ ਹੁੰਦਾ ਕਿੰਨਾ ਕੰਮ ਹੋਊਗਾ ਜਦੋਂ 25 ਕਿਲੋ ਦੀ ਕੋਈ ਪਲੇਟ 25 ਸਕਿੰਟ ਲਈ ਚੱਕੀ ਜਾਂਦੀ ਹੈ। ਜਦੋਂ ਕੋਈ ਬੰਦਾ 25 ਕਿਲੋ ਦੀ ਪਲੇਟ 25 ਸਕਿੰਟ ਲਈ ਉੱਪਰ ਚੱਕਦਾ ਤਾਂ ਕਿੰਨਾ ਕੰਮ ਕਰਦਾ। ਹੁਣ ਸਾਇੰਸ ਵਾਲਿਆਂ ਨੂੰ ਪਤਾ ਕਿ ਵਰਕ ਦਾ ਫਾਰਮੂਲਾ ਫੋਰਸ ਇਨਟੂ ਡਿਸਪਲੇਸਮੈਂਟ ਹੁੰਦਾ, ਪਰ ਨਾਲ ਐਂਗਲ ਕੀ ਹੋਣਾ ਚਾਹੀਦਾ, 0 ਡਿਗਰੀ ਹੋਣਾ ਚਾਹੀਦਾ। ਪਰ ਜਦੋਂ ਅਸੀਂ ਪਲੇਟ ਉੱਪਰ ਚੱਕਦੇ ਹਾਂ ਤਾਂ ਤੁਸੀਂ ਦੇਖੋ ਵੀ ਧਰਾਤਲ ਨਾਲੋਂ ਸਾਡਾ ਐਂਗਲ ਕਿੰਨਾ ਬਣ ਜਾਂਦਾ, 90 ਡਿਗਰੀ ਐਂਗਲ ਬਣ ਜਾਂਦਾ। ਜੇਕਰ ਐਂਗਲ 90 ਬਣ ਜਾਵੇ ਤਾਂ ਵਰਕ ਹਮੇਸ਼ਾ 0 ਹੁੰਦਾ ਸਾਥੀਓ, ਚਾਹੇ ਜਿੰਨਾ ਮਰਜ਼ੀ ਭਾਰ ਚੱਕੀ ਚੱਲੇ। ਜੇਕਰ ਐਂਗਲ 90 ਡਿਗਰੀ ਬਣ ਜਾਂਦਾ, ਸਾਇੰਸ ਵਾਲੇ ਗੱਲ ਸਮਝਦੇ ਨੇ, ਤਾਂ ਇਹ ਉਹਨਾਂ ਵਾਸਤੇ ਹੀ ਆ। ਤਾਂ ਜੇ 25 ਕਿਲੋ ਭਾਰ ਚਾਹੇ 50 ਕਿਲੋ ਚੱਕ ਲਓ ਜਿੰਨੇ ਮਰਜ਼ੀ ਸਮੇਂ ਲਈ, ਪਰ ਜੇਕਰ ਐਂਗਲ 90 ਆ, ਹੁਣ ਆਇਰਨ ਪਲੇਟ ਚੱਕ ਰਹੇ ਹਾਂ ਤਾਂ ਇਟ ਮੀਨਸ ਕੀ ਹੋ ਰਿਹਾ ਹੈਗਾ, ਐਂਗਲ 90 ਬਣ ਰਿਹਾ, ਤਾਂ ਕਰਕੇ ਵੈਲਿਊ ਕੀ ਆ ਗਈ 0 ਆ। ਅਗਲਾ ਕੁਐਸਚਨ ਆ, ਵਿਚ ਆਫ ਦਾ ਫਲੋਇੰਗ ਐਲੀਮੈਂਟਸ ਇਜ਼ ਅਸੈਂਸ਼ੀਅਲ ਕੌਂਸਟੈਂਟ ਆਫ ਐਸਿਡ। ਬਹੁਤ ਵਧੀਆ। ਐਸਿਡਾਂ ਦੇ ਵਿੱਚ ਮੁੱਖ ਤੌਰ 'ਤੇ ਕਿਹੜੀ ਚੀਜ਼ ਹੁੰਦੀ ਆ? ਸਾਨੂੰ ਪਤਾ ਐਸਿਡ ਬਣਦਾ ਹੀ ਤਾਂ ਜੇ ਉਹ 'ਚ ਕੀ ਹੋਊਗੀ, ਹਾਈਡਰੋਜਨ ਗੈਸ ਹੋ। ਜੇਕਰ ਆਪਾਂ ਕਹਿੰਦੇ ਵੀ ਐਸਿਡ ਆ ਤਾਂ ਐਸਿਡ ਦੇ ਵਿੱਚ ਹਾਈਡਰੋਜਨ ਚੀਜ਼ ਹੋਊਗੀ ਹੀ ਹੋਊਗੀ, ਕਿਸੇ ਵੀ ਫਾਰਮ 'ਚ ਹੋਵੇ, ਚਾਹੇ ਉਹ H2SO4 ਸਲਫਿਊਰਿਕ ਐਸਿਡ ਹੋਵੇ, ਚਾਹੇ NH3 ਅਮੋਨੀਆ ਅਮੋਨੀਆ ਨਹੀਂ ਹੈਗੀ, ਦੈਟ ਇਜ਼ ਕੀ ਆ HNO3 ਨਾਈਟ੍ਰਿਕ ਐਸਿਡ ਹੋਵੇ, HCl ਹੋਵੇ, ਜਿੰਨੇ ਵੀ ਐਸਿਡ ਹੋਣਗੇ ਜੋ ਮੁੱਖ ਤੌਰ 'ਤੇ ਕੀ ਹੁੰਦਾ ਗਾ, H ਪਾਇਆ ਜਾਂਦਾ। ਅਗਲਾ ਕੁਐਸਚਨ ਬਹੁਤ ਵਧੀਆ। ਇੱਕ ਨਾ ਐਂਟੀ ਸਟੀਰਿਲਿਟੀ ਬਾਂਝਪਣ ਦੇ ਵਿਰੁੱਧ ਇੱਕ ਵਿਟਾਮਿਨ ਹੁੰਦਾ, ਜੇਕਰ ਆਪਾਂ ਵਿਟਾਮਿਨ ਨਾ ਖਾਈਏ ਤਾਂ ਬਾਂਝਪਣ ਦੀ ਪ੍ਰੋਬਲਮ ਆ ਜਾਂਦੀ ਹੈ। ਜਾਂ ਕੁਐਸਚਨ ਇਹ ਹੈ ਵੀ ਕਿਹੜਾ ਵਿਟਾਮਿਨ ਜਿਹੜਾ ਬਾਂਝਪਣ ਤੋਂ ਸਾਡੀ ਰੱਖਿਆ ਕਰਦਾ। ਸਾਨੂੰ ਪਤਾ ਵਿਟਾਮਿਨ E ਹੁੰਦਾ ਗਾ, ਵਿਟਾਮਿਨ E ਬਾਂਝਪਣ ਦੇ ਲਈ ਦੈਟ ਇਜ਼ ਕੀ ਉਪਯੋਗੀ ਆ। ਅਗਲਾ ਕੁਐਸਚਨ ਆ ਕਿ ਇਹਨਾਂ ਵਿੱਚੋਂ ਜਦੋਂ ਫੀਫਾ ਇੱਕ ਸੰਗਠਨ ਆ ਸਾਥੀਓ, ਤੁਹਾਨੂੰ ਪਤਾ ਫੁੱਟਬਾਲ ਦੀ ਫੈਡਰੇਸ਼ਨ ਬਣੀ ਹੋਈ ਆ ਜਿਹੜੀ ਕਿ ਸਾਰੇ ਟੂਰਨਾਮੈਂਟਸ ਕਰਵਾਉਂਦੀ ਆ ਫੁੱਟਬਾਲ ਦੇ। ਤਾਂ ਜਦੋਂ ਬਣਾਇਆ ਗਿਆ ਸੀ ਤਾਂ ਕਿਹੜਾ ਦੇਸ਼ ਉਹਦਾ ਭਾਗ ਨਹੀਂ ਸੀ ਹੈਗਾ। ਸਟਾਰਟਿੰਗ ਦੇ ਵਿੱਚ ਕਿਹੜਾ ਦੇਸ਼ ਉਹਦਾ ਭਾਗ ਨਹੀਂ ਸੀ, ਬਾਅਦ 'ਚੋਂ ਤਾਂ ਬਣ ਗਿਆ, ਬਾਅਦ 'ਚੋਂ ਸਾਰੇ ਭਾਰਤ ਵੀ ਫੀਫਾ ਦਾ ਕੀ ਹੁਣ ਤਾਂ ਮੈਂਬਰ ਆ, ਪਰੰਤੂ ਸਟਾਰਟਿੰਗ ਦੇ ਵਿੱਚ ਕਿਹੜਾ ਦੇਸ਼ ਮੈਂਬਰ ਨਹੀਂ ਸੀ? ਫਰਾਂਸ, ਨੀਦਰਲੈਂਡ, ਇੰਗਲੈਂਡ ਅਤੇ ਡੈਨਮਾਰਕ ਦੇ ਵਿੱਚੋਂ। ਸਾਥੀਓ ਤੁਹਾਡਾ ਕੁਐਸਚਨ ਆ, ਤੁਸੀਂ ਮੈਨੂੰ ਆਨਸਰ ਦੇਣਾ ਕਿ ਫੀਫਾ ਦਾ ਐਟ ਟਾਈਮ ਜਿਹੜਾ ਪ੍ਰਧਾਨ ਆ, ਪ੍ਰੈਜ਼ੀਡੈਂਟ, ਉਹ ਕੌਣ ਆ? ਫੀਫਾ ਦਾ ਪ੍ਰੈਜ਼ੀਡੈਂਟ ਮੈਨੂੰ ਕਮੈਂਟ ਬਾਕਸ 'ਚ ਲਿਖ ਕੇ ਭੇਜਣਾ ਕਿ ਕੌਣ ਫੀਫਾ ਦਾ ਕੀ ਹੈਗਾ ਟਾਈਮ ਪ੍ਰੈਜ਼ੀਡੈਂਟ ਆ। ਬਹੁਤ ਪੇਪਰਾਂ 'ਚ ਕੁਐਸਚਨ ਆਉਂਦਾ, ਪਰ ਇਹਦਾ ਆਨਸਰ ਜਿਹੜਾ ਆਊਗਾ ਉਹ ਆਊਗਾ ਇੰਗਲੈਂਡ। ਇੰਗਲੈਂਡ ਜਿਹੜਾ ਹੈਗਾ ਸਾਥੀਓ ਉਹ ਸਟਾਰਟਿੰਗ ਦੇ ਵਿੱਚ ਮੈਂਬਰ ਨਹੀਂ ਸੀ ਬਣਿਆ। ਅੱਗੇ ਚੱਲਦੇ ਹਾਂ। ਅਗਲਾ ਕੁਐਸਚਨ ਆ ਕਿ ਸਾਨੂੰ ਨਾ ਅਸ਼ੋਕਾ ਪਿੱਲਰ ਦੇ ਉੱਤੇ, ਅਸ਼ੋਕ ਤੁਹਾਨੂੰ ਪਤਾ ਰਾਜਾ ਹੋਇਆ ਚੰਦਰਗੁਪਤ ਮੌਰੀਆ, ਆਪਾਂ ਮੌਰੀਆ ਵੰਸ਼ ਦਾ ਬਹੁਤ ਤਕੜਾ ਰਾਜਾ ਹੋਇਆ, ਬੁੱਧ ਧਰਮ ਦਾ ਬਹੁਤ ਵੱਡਾ ਅਨੁਯਾਈ ਸੀ ਅਸ਼ੋਕ। ਤਾਂ ਅਸ਼ੋਕ ਨੇ ਆਪਣੀਆਂ ਬੁੱਧ ਧਰਮ ਦੀਆਂ ਗੱਲਾਂ ਜਾਂ ਆਪਣੀਆਂ ਗੱਲਾਂ ਨੂੰ ਸਮਝਾਉਣ ਵਾਸਤੇ ਕੀ ਕੀਤਾ, ਕੰਧਾਂ 'ਤੇ ਲਿਖਵਾਈਆਂ ਗੱਲਾਂ ਬਾਤਾਂ। ਤਾਂ ਪਿੱਲਰ ਬਣਾਉਂਦਾ ਸੀਗਾ, ਪਿੱਲਰ 'ਤੇ ਲਿਖਦਾ ਹੁੰਦਾ ਸੀ। ਤਾਂ ਉਹਨੇ ਬਹੁਤ ਸਾਰੇ ਐਨੀਮਲ ਜਾਂ ਬਰਡਸ ਨੂੰ ਨਹੀਂ ਮਾਰਨਾ ਚਾਹੀਦਾ, ਹੰਟਿੰਗ ਕਰਨੀ ਮਾੜੀ ਗੱਲ ਆ, ਪਾਪ ਆ, ਇਹੋ ਜਿਹੀਆਂ ਗੱਲਾਂ ਬਾਤਾਂ ਲਿਖਵਾਈਆਂ ਸੀ। ਕੁਐਸਚਨ ਇਹ ਵੀ ਕਿਹੜੇ ਪਿੱਲਰ 'ਤੇ ਅਸ਼ੋਕਾ ਦੁਆਰਾ ਇਹ ਗੱਲਾਂ ਬਾਤਾਂ ਲਿਖਾਈਆਂ ਗਈਆਂ। ਤਾਂ ਅਸੀਂ ਦੇਖਦੇ ਹਾਂ ਕਿ ਸਾਨੂੰ ਪਿੱਲਰ ਮਿਲਦਾ ਪੰਜਵਾਂ, ਇਹਦੇ ਵਿੱਚ ਟੋਟਲ 13 ਪਿੱਲਰ ਸਾਨੂੰ ਮਿਲੇ ਨੇ ਅਸ਼ੋਕ ਦੇ, ਉਹ 'ਚ ਪੰਜਵਾਂ ਪਿੱਲਰ ਜਿਹੜਾ ਹੈਗਾ ਉਹਦੇ ਵਿੱਚ ਸਾਨੂੰ ਦੈਟ ਇਜ਼ ਕੀ ਆ, ਐਨੀਮਲ ਜਾਂ ਬਰਡਸ ਦੀ ਕਿਲਿੰਗ ਦੀਆਂ ਗੱਲਾਂ ਬਾਤਾਂ ਦੇਖਣ ਨੂੰ ਮਿਲਦੀਆਂ ਨੇ। ਅਗਲਾ ਕੁਐਸਚਨ ਆ ਬਹੁਤ ਹੀ ਫੇਮਸ ਦੀਪ ਸਮੂਹ ਆ ਅਮੀਨ ਦੀਵੀ। ਅਮੀਨ ਦੀਵੀ ਜਿਹੜਾ ਆਈਲੈਂਡ ਆ ਭਾਰਤ ਦੇ ਵਿੱਚ ਬਹੁਤ ਹੀ ਫੇਮਸ ਆ, ਉਹ ਕਿਹੜੀ ਤਰ੍ਹਾਂ ਦਾ ਆਈਲੈਂਡ ਆ? ਮੈਂ ਤੁਹਾਨੂੰ ਸਮਝਾਇਆ ਸੀ ਆਈਲੈਂਡ ਬਹੁਤ ਤਰੀਕੇ ਨਾਲ ਬਣਦੇ ਨੇ, ਜਾਂ ਤਾਂ ਜਿਵੇਂ ਜਦੋਂ ਮੰਨ ਲਓ ਜਵਾਲਾਮੁਖੀ ਫਟਦੇ ਨੇ ਉੱਪਰਲੇ ਪਾਸੇ, ਜਦੋਂ ਜਵਾਲਾਮੁਖੀ ਦਾ ਦੈਟ ਇਜ਼ ਕਿ ਲਾਵਾ ਆਉਂਦਾ ਉਹਦੇ ਨਾਲ, ਜਾਂ ਮਿੱਟੀ ਇਕੱਠੀ ਹੋਣ ਦੇ ਨਾਲ। ਇੱਕ ਤਰੀਕਾ ਹੁੰਦਾ ਕੋਰਲ ਕੀ ਹੁੰਦੇ ਨੇ, ਛੋਟੇ ਛੋਟੇ ਜੀਵ ਹੁੰਦੇ ਨੇ, ਮਰ ਜਾਂਦੇ ਨੇ, ਉੱਥੇ ਇਕੱਠੇ ਹੁੰਦੇ ਰਹਿਣਗੇ, ਹੁੰਦੇ ਉਹ ਪਾਣੀ ਤੋਂ ਬਾਹਰ ਆ ਜਾਣਗੇ ਅਤੇ ਦੀਪ ਸਮੂਹ ਬਣ ਜਾਂਦੇ ਨੇ, ਉਹਨੂੰ ਅਮੀਨ ਦੀਵੀ ਜਾਂ ਉਹਨੂੰ ਦੈਟ ਇਜ਼ ਕਿਹੜੇ
ਆਈਲੈਂਡਸ ਕਹਿੰਦੇ ਨੇ, ਕੋਰਲ ਆਈਲੈਂਡਸ ਕਹਿੰਦੇ ਨੇ। ਤਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਅਮੀਨ ਦੀ ਵੀ ਆਈਲੈਂਡਸ ਨੇ ਉਹ ਵੀ ਭਾਰਤ ਦੇ ਵਿੱਚ ਇੱਥੇ ਬਣੇ ਹੋਏ ਨੇ। ਅਸੀਂ ਦੇਖਦੇ ਹਾਂ ਕੇਰਲਾ ਵਾਲਾ ਪਾਸਾ, ਜਿਹੜਾ ਕੇਰਲਾ ਵਾਲਾ ਪਾਸਾ ਭਾਵ ਲਕਸ਼ਦੀਪ ਅਤੇ ਮਿਨੀਕੋਏ ਆ ਗਏ ਜਿਹੜੇ ਪਾਸੇ, ਉੱਧਰਲੇ ਪਾਸੇ ਨੂੰ ਅਮੀਨ ਦੀ ਵੀ ਆਈਲੈਂਡ ਦੇਖਣ ਨੂੰ ਮਿਲਦੇ ਨੇ। ਇਹ ਵੀ ਸਾਰੇ ਕੋਰਲ ਦੁਆਰਾ ਮਿਲੇ ਹੋਏ ਦੀਪ ਹੈਗੇ ਨੇ। ਅਗਲਾ ਕੁਐਸਚਨ ਆ, ਕਿਹੜੇ ਆਰਟੀਕਲ ਦੇ ਵਿੱਚ, ਕੁਐਸਚਨ ਇਹ ਆ ਸਾਥੀਓ, ਕੁਐਸਚਨ ਇਹ ਆ ਕਿ ਕਿਹੜੇ ਆਰਟੀਕਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਟੇਟ ਇਹ ਤੈਅ ਕਰਦੀ ਆ ਕਿ ਰੈਜ਼ੀਡੈਂਸ ਉਹਦਾ ਹੋਣਾ ਚਾਹੀਦਾ। ਜਿਵੇਂ ਨਹੀਂ ਆਪਾਂ ਦੇਖਦੇ ਕਿ ਪੰਜਾਬ ਦੀਆਂ ਪੋਸਟਾਂ ਆਉਂਦੀਆਂ ਨੇ ਕਿ ਪੰਜਾਬ ਦਾ ਵਾਸੀ ਹੋਣਾ ਚਾਹੀਦਾ, ਜੰਮੂ ਕਸ਼ਮੀਰ ਦਾ, ਆਪਣੇ ਵਾਲੇ 'ਚ ਨਹੀਂ ਆਉਂਦੀਆਂ ਪਰ ਬਹੁਤ ਸਾਰੀ ਸਟੇਟਾਂ 'ਚ ਉੱਦਾਂ ਆਉਂਦੀਆਂ ਨੇ। ਤਾਂ ਪਾਰਲੀਮੈਂਟ ਕੋਲ ਪਾਵਰ ਹੈਗੀ ਆ ਕਿ ਉਹ ਇੱਦਾਂ ਦੇ ਰੂਲ ਬਣਾ ਸਕਦੀ ਆ। ਕਿਹੜੇ ਆਰਟੀਕਲ ਦੇ ਅਧੀਨ? ਆਰਟੀਕਲ 16ਵੇਂ ਦੇ ਅਧੀਨ ਅਸੀਂ ਇਹ ਗੱਲ ਨੂੰ ਚੈੱਕ ਕਰਦੇ ਹਾਂ। ਅਗਲਾ ਕੁਐਸਚਨ ਆ, ਗ੍ਰੈਵੀਟੇਸ਼ਨਲ ਪੋਟੈਂਸ਼ੀਅਲ ਐਨਰਜੀ, ਸਾਇੰਸ ਦਾ ਕੁਐਸਚਨ ਆ। ਗ੍ਰੈਵੀਟੇਸ਼ਨਲ ਪੋਟੈਂਸ਼ੀਅਲ ਐਨਰਜੀ ਜੇਕਰ ਇਨਫਾਈਨਾਈਟ ਡਿਸਟੈਂਸ 'ਤੇ ਚਲੀ ਜਾਵੇ ਤਾਂ ਉਹਦੀ ਵੈਲਿਊ ਕੀ ਹੋ ਜਾਂਦੀ ਹੈ? ਫਿਰ ਕੁਐਸਚਨ ਇਹ ਸਾਇੰਸ ਦਾ ਕੁਐਸਚਨ ਆ, ਡੀਪ ਕੁਐਸਚਨ ਆ। ਗ੍ਰੈਵੀਟੇਸ਼ਨਲ ਪੋਟੈਂਸ਼ੀਅਲ ਐਨਰਜੀ ਐਟ ਇਨਫਾਈਨਾਈਟ ਡਿਸਟੈਂਸ ਹਮੇਸ਼ਾ ਕੀ ਹੁੰਦੀ ਹੈ? ਜ਼ੀਰੋ ਹੁੰਦੀ ਹੈ। ਗ੍ਰੈਵੀਟੇਸ਼ਨਲ ਪੋਟੈਂਸ਼ੀਅਲ ਐਨਰਜੀ ਇਨਫਾਈਨਾਈਟ ਡਿਸਟੈਂਸ 'ਤੇ ਹਮੇਸ਼ਾ ਕੀ ਹੁੰਦੀ ਸਾਥੀਓ? ਜ਼ੀਰੋ ਹੁੰਦੀ ਹੈ। ਅਗਲਾ ਕੁਐਸਚਨ ਆ, ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਨੂੰ ਕੁਇਕ ਸਿਲਵਰ ਕਿਹਾ ਜਾਂਦਾ? ਕੁਇਕ ਸਿਲਵਰ, ਸਿਲਵਰ ਨੂੰ ਚਾਂਦੀ, ਕਿਉਂਕਿ ਉਹਦਾ ਤੇਜ਼, ਜਿਹੜੀ ਚਾਂਦੀ ਵਰਗੀ ਦਿਖੇ ਪਰ ਤੇਜ਼ ਹੋਵੇ, ਤਾਂ ਕਿਹੜੀ ਧਾਤ ਆ ਜਿਹਨੂੰ ਕੁਇਕ ਸਿਲਵਰ ਕਹਿੰਦੇ ਨੇ? ਤੁਸੀਂ ਦੇਖੋਗੇ ਸਾਥੀਓ, ਧਾਤ ਹੁੰਦੀ ਹੈ ਮਰਕਰੀ, ਪਾਰਾ ਇੱਕ ਇਹੀ ਧਾਤ ਆ ਜਿਹੜੀ ਦੇਖਣ ਨੂੰ ਚਾਂਦੀ ਵਰਗੀ ਲੱਗਦੀ ਆ ਪਰ ਇਹ ਨਾਲ ਨਹੀਂ ਚਿਪਕਦੀ, ਤਾਂ ਇਹ ਬਹੁਤ ਤੇਜ਼ੀ ਨਾਲ, ਜੇ ਤੁਸੀਂ ਇਹਨੂੰ ਕਿਸੇ ਦਬਾਅ 'ਚ ਪਾਓਗੇ ਬਹੁਤ ਤੇਜ਼ੀ ਨਾਲ ਇਹ ਮੂਵ ਕਰਦੀ ਆ, ਤਾਂ ਕਰਕੇ ਇਹਨੂੰ ਕੀ ਕਿਹਾ ਜਾਂਦਾ ਹੈਗਾ? ਕੁਇਕ ਸਿਲਵਰ ਕਹਿੰਦੇ ਨੇ। ਅਗਲਾ ਕੁਐਸਚਨ ਆ ਕਿ ਅਸੀਂ ਦੇਖਦੇ ਹਾਂ ਕਿ ਕਿਹੜੇ ਉਹ ਚੀਜ਼ਾਂ ਨੇ ਜਿਹੜੇ ਕਿ ਅਸੀਂ ਮੰਨ ਲਓ ਆਪਣੇ ਮਾਪਿਆਂ ਦੀਆਂ ਆਪਣੇ 'ਚ ਬਹੁਤ ਸਾਰੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਰੈਕਟਰਸ ਹੁੰਦੇ ਨੇ, ਤਾਂ ਕਿਹੜੀ ਚੀਜ਼ ਸਰੀਰ 'ਚ ਜਿਹੜੀ ਕਿ ਉਹ ਕਰੈਕਟਰਸ ਨੂੰ, ਹੈਰੀਡਿਟੀ ਨੂੰ ਸਾਡੇ ਤੱਕ ਕੀ ਲੈ ਕੇ ਆਉਂਦੀ ਆ? ਤਾਂ ਸਾਥੀਓ ਸਾਡੇ ਸਰੀਰ 'ਚ ਜੀਨਸ ਹੁੰਦੇ ਨੇ। ਜੀਨਸ ਦੇ ਵਿੱਚ ਹੀ DNA ਤੇ RNA ਹੁੰਦਾ। ਉਹ ਜੀਨਸ ਕਰਕੇ ਹੀ ਅਸੀਂ ਦੇਖਦੇ ਹਾਂ ਕਿ ਇਹ ਪ੍ਰੋਟੀਨ ਵੀ ਪੈਦਾ ਕਰਦੇ ਨੇ, ਅਤੇ ਇਹ ਜਿਹੜੀਆਂ ਹੈਰੀਡਿਟੀ ਗੱਲਾਂ ਹੁੰਦੀਆਂ ਨੇ, ਸਾਡੀਆਂ ਆਦਤਾਂ ਹੁੰਦੀਆਂ ਨੇ, ਮਾਤਾ ਪਿਤਾ ਤੋਂ ਮਿਲਦੀਆਂ ਨੇ, ਉਹ ਸਾਡੇ ਦੇ ਵਿੱਚ ਲੈ ਕੇ ਆਉਂਦੇ ਨੇ। ਅਗਲਾ ਕੁਐਸਚਨ ਆ ਮੇਰਾ, 2018 ਦੇ ਵਿੱਚ ਸਾਥੀਓ ਵਿੰਟਰ ਓਲੰਪਿਕਸ ਹੋਏ ਸੀ। ਪਹਿਲਾਂ ਤੁਸੀਂ ਆਨਸਰ ਦੇਣਾ, ਹੁਣ ਵੀ ਰੀਸੈਂਟ 2022 ਦੇ ਵਿੱਚ ਹੁਣੇ ਕੀ ਹੋ ਕੇ ਹਟੇ ਨੇ? ਵਿੰਟਰ ਓਲੰਪਿਕਸ ਹੋ ਕੇ ਹਟੇ ਨੇ। ਤਾਂ ਕੁਐਸਚਨ ਇਹ ਬਣਦਾ ਵੀ ਕਿਹੜੇ ਦੇਸ਼ 'ਚ ਵਿੰਟਰ ਓਲੰਪਿਕਸ ਹੋਏ ਨੇ? ਬਹੁਤ ਇੰਪੋਰਟੈਂਟ ਆ, ਪੱਕਾ ਪੇਪਰ ਕਿਸੇ ਨਾ ਕਿਸੇ 'ਚ ਆਊਗਾ ਹੀ ਆਊਗਾ। ਤਾਂ ਹੁਣੇ ਵਿੰਟਰ ਓਲੰਪਿਕਸ ਹੋ ਕੇ ਹਟੇ ਨੇ। ਭਾਰਤ ਵਿੱਚੋਂ ਇੱਕੋ ਹੀ ਬੰਦਾ ਸੀਗਾ ਜਿਹੜਾ ਦੈਟ ਇਜ਼ ਕਿ ਉਹ ਵਿੰਟਰ ਓਲੰਪਿਕਸ 'ਚ ਪਾਰਟੀਸਪੇਟ ਕਰਨ ਦੇ ਲਈ ਗਿਆ ਸੀਗਾ, ਇੱਕੋ ਹੀ ਬੰਦਾ ਸੀਗਾ। ਹਾਲਾਂਕਿ ਜਿੱਤਿਆ ਨਹੀਂ, ਪਰੰਤੂ ਬਹੁਤ ਵੱਡੀ ਗੱਲ ਹੈ ਕਿ ਇੱਕੋ ਹੀ ਭਾਰਤੀ ਬੰਦਾ ਜਿਹੜਾ ਵਿੰਟਰ ਓਲੰਪਿਕਸ ਦੇ ਵਿੱਚ ਗਿਆ। ਤਾਂ ਕਿੱਥੇ ਹੋਏ ਨੇ ਇਹ ਧਿਆਨ ਰੱਖਣਾ। 2018 ਦੇ ਵਿਚਕਾਰ ਪਿਓਂਗਯੈਂਗ ਵਿੰਟਰ ਓਲੰਪਿਕਸ ਹੋਏ ਸੀ। ਕੁਐਸਚਨ ਇਹ ਆਉਂਦਾ ਕਿ ਉਹਦੇ 'ਚ ਸਭ ਤੋਂ ਜ਼ਿਆਦਾ ਮੈਡਲ ਕਿਹੜੇ ਦੇਸ਼ ਨੇ ਜਿੱਤੇ ਸੀਗੇ? ਅਸੀਂ ਦੇਖਦੇ ਹਾਂ ਕਿ ਜਰਮਨੀ ਨੇ ਸਭ ਤੋਂ ਜ਼ਿਆਦਾ ਦੈਟ ਇਜ਼ ਕੀ ਹੈ ਮੈਡਲ ਪਿਓਂਗਯੈਂਗ ਦੇ ਵਿੱਚ ਜਿੱਤੇ ਸੀ। ਅਗਲਾ ਕੁਐਸਚਨ ਆ, ਅਸੀਂ ਦੇਖਦੇ ਹਾਂ ਕਿ ਰਿਗਵੇਦਿਕ ਜਦੋਂ ਆਪਾਂ ਕਾਲ ਪੜ੍ਹਦੇ ਹਾਂ ਤਾਂ ਉਹਦੇ 'ਚ ਕਰੋ ਤੂਫਾਨ, ਸਟੋਮ ਦਾ ਦੇਵਤਾ, ਤੂਫਾਨਾਂ ਦਾ ਦੇਵਤਾ ਕਿਹਨੂੰ ਕਹਿੰਦੇ ਨੇ? ਤਾਂ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਕਰੋ ਜਿਹੜੇ ਮਾਰੂਥ ਸੀਗੇ, ਵਰੁਣ, ਆਪਸ, ਇੰਦਰ ਅਤੇ ਮਾਰੂਥ ਨੂੰ ਕੀ ਕਿਹਾ ਜਾਂਦਾ ਹੈਗਾ? ਸਟੋਮ, ਤੂਫਾਨਾਂ ਦਾ ਦੇਵਤਾ ਕਿਹਾ ਜਾਂਦਾ। ਅੱਗੇ ਚੱਲਦੇ ਹਾਂ, ਸਾਡੇ ਦੇਸ਼ 'ਚ ਪਗਲੇਡੀਆ ਡੈਮ, ਤਾਂ ਪਗਲਾਡੀਆ ਡੈਮ ਕਿਹੜੀ ਨਦੀ ਦੇ ਕੰਢੇ 'ਤੇ ਬਣਿਆ ਹੋਇਆ? ਤਾਂ ਪਗਲਾਡੀਆ ਡੈਮ ਜਿਹੜਾ ਹੈਗਾ ਸਾਥੀਓ ਅਸਾਮ ਦੇ ਵਿੱਚ ਆ। ਅਸਾਮ 'ਚ ਨਦੀ ਹੈ ਬ੍ਰਹਮਪੁੱਤਰਾ, ਤਾਂ ਬ੍ਰਹਮਪੁੱਤਰਾ ਨਦੀ ਦੇ ਕੰਢੇ ਪਗਲਾਡੀਆ ਡੈਮ ਦਾ ਡਿਸਕ ਲੋਕੇਟ ਹੋਇਆ ਹੋਇਆ। ਅੱਗੇ ਚੱਲਦੇ ਹਾਂ, ਸੰਵਿਧਾਨ ਦਾ ਕਿਹੜਾ ਆਰਟੀਕਲ ਅੱਜ ਚਾਹੁੰਦਾ ਕਿ ਭਾਰਤ ਇੰਟਰਨੈਸ਼ਨਲ ਪੀਸ, ਸ਼ਾਂਤੀ, ਸਿਕਿਉਰਿਟੀ ਦੇ ਲਈ ਕੀ ਕੰਮ ਕਰੇ? ਤਾਂ ਸੰਵਿਧਾਨ 'ਚ ਤੁਹਾਨੂੰ ਪਤਾ DPSP ਹੁੰਦੇ ਨੇ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀਜ਼। ਉਹਦੇ ਵਿੱਚੋਂ ਕਿਹੜਾ ਆਰਟੀਕਲ ਆ ਜੋ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਦੀ ਗੱਲ ਕਰਦਾ? ਤਾਂ ਅਸੀਂ ਦੇਖਦੇ ਹਾਂ ਕਿ ਸੰਵਿਧਾਨ ਦਾ ਆਰਟੀਕਲ 51 ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਦੀ ਗੱਲ ਕਰਦਾ ਸਾਥੀਓ। ਅਗਲਾ ਕੁਐਸਚਨ ਆ, ਬਹੁਤ ਵਧੀਆ, ਬਹੁਤ ਪੇਪਰਾਂ 'ਚ ਆਉਂਦਾ। ਜਿਹੜੇ ਸੈਟੇਲਾਈਟ ਧਰਤੀ ਦੇ ਆਲੇ ਦੁਆਲੇ ਘੁੰਮਦੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਪੋਲਰ ਸੈਟੇਲਾਈਟ ਅਤੇ ਇੱਕ ਜੀਓ ਸਟੇਸ਼ਨਰੀ। ਪੋਲਰ ਸੈਟੇਲਾਈਟਸ ਕਿਹੜੇ ਹੁੰਦੇ ਨੇ? ਜਿਹੜੇ ਧਰੁਵਾਂ ਤੋਂ ਧਰੁਵਾਂ ਵੱਲ ਘੁੰਮਦੇ ਨੇ। ਅਤੇ ਜੀਓ ਸਟੇਸ਼ਨਰੀ ਕਿਹੜੇ ਹੁੰਦੇ ਨੇ? ਜਿਹੜੇ ਕਿ ਇਕੁਏਟਰ, ਭੂ ਮੱਧ ਰੇਖਾ ਦੇ ਆਲੇ ਦੁਆਲੇ ਘੁੰਮਦੇ ਨੇ। ਇਹ ਸਾਨੂੰ ਖੜੇ ਹੋਏ ਨਜ਼ਰ ਆਉਂਦੇ ਨੇ
ਕਿਉਂਕਿ ਇੱਕ ਖਾਸ ਉਚਾਈ 'ਤੇ ਲਾਏ ਜਾਂਦੇ ਨੇ ਤਾਂ ਕਿ ਇਹ ਕੀ ਨਜ਼ਰ ਆਉਣ, ਖੜੇ ਨਜ਼ਰ ਆਉਣ। ਕੁਐਸਚਨ ਇਹੀ ਹੈ ਵੀ ਕਿੰਨੀ ਉਚਾਈ 'ਤੇ ਲਾਏ ਜਾਂਦੇ ਨੇ ਤਾਂ ਕਿ ਇਹ ਖੜੇ ਨਜ਼ਰ ਆਉਣ, ਤਾਂ ਉੱਤਰ ਆਉਂਦਾ 36,000 ਕਿਲੋਮੀਟਰ। 36,000 ਕਿਲੋਮੀਟਰ ਦੀ ਉਚਾਈ 'ਤੇ ਲਾਏ ਜਾਂਦੇ ਨੇ ਤਾਂ ਕਿ ਇਹ ਸਾਨੂੰ ਖੜੇ ਨਜ਼ਰ ਆਉਣ ਸਾਥੀਓ। ਅਗਲਾ ਕੁਐਸਚਨ ਇਹ ਆ ਕਿ ਕਿਹੜੀ ਫੋਰਸ ਚਾਹੀਦੀ ਹੁੰਦੀ ਆ ਕੀ ਕਰਨ ਵਾਸਤੇ? ਤਾਰ ਨੂੰ ਜਦੋਂ ਖਿੱਚਦੇ ਆ ਨਾ, ਤਾਂ ਤਾਰ ਖਿੱਚਦੇ ਆ ਤਾਂ ਉਸ ਟਾਈਮ 'ਤੇ ਇੱਕ ਫੋਰਸ ਲਾ ਰਹੇ ਆ, ਤਾਂ ਉਹ ਕਿਹੜੀ ਫੋਰਸ ਹੁੰਦੀ ਆ? ਤਾਂ ਅਸੀਂ ਦੇਖਦੇ ਹਾਂ ਦੈਟ ਫੋਰਸ ਇਜ਼ ਕਾਲਡ ਫੋਰਸ ਕਾਂਸਟੈਂਟ। ਜਿਹੜੀ ਫੋਰਸ ਲਾਈ ਜਾਂਦੀ ਆ ਯੂਨਿਟੀ ਇਲੋਂਗੇਸ਼ਨ ਕਰਨ ਵਾਸਤੇ, ਇੱਕ ਯੂਨਿਟ ਇਲੋਂਗੇਸ਼ਨ ਕਰਨ ਵਾਸਤੇ, ਉਹਨੂੰ ਫੋਰਸ ਕਾਂਸਟੈਂਟ ਕਿਹਾ ਜਾਂਦਾ ਸਾਥੀਓ। ਅੱਗੇ ਚੱਲਦੇ ਹਾਂ, ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਬ੍ਰਾਂਚਾਂ ਨੇ ਸਾਇੰਸ ਦੀਆਂ। ਇੱਕ ਬ੍ਰਾਂਚ ਜਿਹਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਦੈਟ ਇਜ਼ ਕੀ ਹੈ, ਜਿਹੜੇ ਇਹ ਫਿਨੋਮੀਨਾਜ਼ ਓਬਜ਼ਰਵਡ ਇਨ ਲਿਵਿੰਗ ਵਰਲਡ ਐਂਡ ਦ ਐਪਲੀਕੇਸ਼ਨ ਆਫ ਦਿਸ ਨੌਲੇਜ। ਤਾਂ ਜਿਹੜਾ ਕੀ ਕਰਦੇ ਹਾਂ ਆਪਾਂ, ਲਿਵਿੰਗ ਵਰਲਡ ਨੂੰ ਕੀ ਕਰਦੇ ਹਾਂ, ਓਬਜ਼ਰਵ ਕਰ। ਜਿਵੇਂ ਕਿ ਹੁਣ ਪਾਇਲਟ ਆਪਣਾ ਜਹਾਜ਼ ਬਣਿਆ, ਜਹਾਜ਼ ਕਿਹਨੂੰ ਆਪਾਂ ਦੇਖਿਆ, ਪਹਿਲਾਂ ਪੰਛੀ ਨੂੰ ਦੇਖਿਆ ਕਿ ਪੰਛੀ ਕਿਵੇਂ ਉੱਡ ਰਿਹਾ ਹੈਗਾ, ਫਿਰ ਪੰਛੀ ਨੂੰ ਉੱਡਦੇ ਦੇਖ ਕੇ ਦੈਟ ਇਜ਼ ਕੀ ਯੂਜ਼ ਕੀਤਾ, ਉਹਨੂੰ ਯੂਜ਼ ਕਰਕੇ ਟੈਕਨੋਲੋਜੀ ਬਣਾਈ, ਮਸ਼ੀਨ ਬਣਾਈ। ਅੱਜ ਕੱਲ੍ਹ ਜਿਵੇਂ ਅਸੀਂ ਦੇਖਦੇ ਹਾਂ ਕਿ ਬਾਇਓ ਦੇ ਵਿੱਚ ਇੱਕ ਕਿਰਲੀ ਦੀ ਜੇ ਪੂੰਛ ਕੱਟੀ ਵੀ ਜਾਵੇ ਕੁਝ ਸਮੇਂ ਬਾਅਦ ਆ ਜਾਂਦੀ ਹੈ, ਪਰ ਕਿਰਲੀ 'ਚ ਕੋਈ ਇਹੀ ਚੀਜ਼ ਹੈਗੀ ਹੈ ਜਿਹੜੀ ਕਿ ਅੰਗ ਨੂੰ ਦੁਬਾਰਾ ਪੈਦਾ ਕਰ ਰਹੀ ਹੈ। ਅਸੀਂ ਮਸ਼ੀਨ ਵਾਈਜ਼ ਉਹ ਪੈਦਾ ਕਰਨਾ ਚਾਹੁੰਦੇ ਹਾਂ ਸਾਡੀ ਬਾਡੀ ਦੇ ਵਿੱਚ, ਤਾਂ ਕਿ ਜੇ ਕੱਲ੍ਹ ਨੂੰ ਸਾਡੀ ਬਾਂਹ ਕੱਟੀ ਜਾਵੇ, ਕੋਈ ਉਂਗਲ ਕੱਟੀ ਜਾਵੇ, ਦੁਬਾਰਾ ਵੀ ਉਹ ਪੈਦਾ ਹੋ ਸਕੇ। ਇਹ ਜਿਹੜੀ ਪੜ੍ਹਾਈ ਹੈ ਸਾਥੀਓ, ਇਹਨੂੰ ਬਾਇਓਨਿਕਸ ਕਿਹਾ ਜਾਂਦਾ ਹੁੰਦਾ। ਦੈਟ ਇਜ਼ ਬਾਇਓਨਿਕਸ ਦੀ ਪੜ੍ਹਾਈ ਇਹਨੂੰ ਕਹਿੰਦੇ ਨੇ। ਅੱਗੇ ਚੱਲਦੇ ਹਾਂ। ਅਸਲ ਵਾਲਾ ਕੁਐਸਚਨ ਆ ਕਿ ਇਹਨਾਂ ਖੇਡਾਂ ਵਿੱਚੋਂ ਇੱਕ ਨਾ ਪੈਨਹੈਲਨਿਕ ਗੇਮਸ ਪੁਰਾਣੇ ਸਮੇਂ ਦੇ ਵਿਚਕਾਰ ਖੇਡੀਆਂ ਜਾਣ ਵਾਲੀਆਂ ਜਿਵੇਂ ਓਲੰਪਿਕ ਗੇਮਸ ਨਹੀਂ ਉਵੇਂ ਹੁੰਦੀਆਂ ਸੀਗੀਆਂ। ਤਾਂ ਉਹਦਾ ਇੱਕ ਭਾਗ ਹੁੰਦਾ ਸੀਗਾ ਇਸਥੀਮੀਨੀਅਨ, ਪਾਈਥੀਨੀਅਨ ਅਤੇ ਨੀਮੀਅਨ। ਤਾਂ ਇਹ ਕੀ ਨੇ? ਸਾਰੇ ਭਾਗ ਨੇ ਕਿਹਦੇ? ਪੈਨਹੈਲਨਿਕ ਗੇਮ। ਤੁਹਾਡੇ ਵਾਸਤੇ ਕੋਈ ਕੰਮ ਵਾਲੀ ਗੱਲ ਨਹੀਂ ਹੈਗੀ। ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਬਹੁਤ ਵਧੀਆ। ਆਚਰਣ ਸੂਤਰ ਬਹੁਤ ਹੀ ਵਧੀਆ ਇੱਕ ਰਚਨਾ ਗੀ ਜਿੱਥੋਂ ਸਾਨੂੰ ਸਿੱਖਿਆ ਮਿਲਦੀ ਹੈ। ਤਾਂ ਜਿਹੜਾ ਆਚਰਣ ਸੂਤਰ ਆ, ਇਹ ਕਿਹੜੇ ਧਰਮ ਦੀ ਕਿਤਾਬ ਆ ਸਾਥੀਓ? ਆਚਰਣ ਸੂਤਰ ਅਸੀਂ ਦੇਖਦੇ ਹਾਂ ਕਿ ਜੈਨੀਆਂ ਦੀ ਬਹੁਤ ਵਧੀਆ ਕਿਤਾਬ ਆ, ਜਿਹਦੇ 'ਚ ਜੈਨਿਜ਼ਮ ਦਾ ਜਿਹੜਾ ਸੂਤਰ ਨੇ ਵੀ ਕਿਸ ਤਰੀਕੇ ਨਾਲ ਜੈਨਿਜ਼ਮ ਇੱਕ ਅਹਿੰਸਾਵਾਦੀ ਵਾਲਾ ਧਰਮ ਆ। ਜੈਨਿਜ਼ਮ ਹਮੇਸ਼ਾ ਅਹਿੰਸਾ ਦੀਆਂ ਗੱਲਾਂ ਬਾਤਾਂ, ਜੈਨਿਜ਼ਮ ਹਮੇਸ਼ਾ ਪ੍ਰੋਪਰਟੀ ਤੋਂ ਦੂਰ ਰਹਿਣਾ, ਹਮੇਸ਼ਾ ਸੱਚ ਬੋਲਣਾ, ਇਹੀ ਜਿਹੀਆਂ ਗੱਲਾਂ ਬਾਤਾਂ ਸਿਖਾਉਂਦਾ। ਤਾਂ ਇਹ ਆਚਰਣ ਸੂਤਰ ਦੈਟ ਇਜ਼ ਕਿਤਾਬ ਜੈਨਿਜ਼ਮ ਦੀ ਰਚਨਾ। ਅਗਲਾ ਕੁਐਸਚਨ ਆ ਕਿ ਏਰੀਆ ਵਾਈਜ਼ ਭਾਰਤ ਵਿੱਚ ਸਭ ਤੋਂ ਜ਼ਿਆਦਾ ਏਰੀਆ ਕਿਹਦਾ ਹੈਗਾ? ਮਾਰੂਥਲਾਂ ਦਾ ਏਰੀਆ ਹੈਗਾ, ਮੈਦਾਨਾਂ ਦਾ ਏਰੀਆ ਹੈਗਾ, ਦੱਖਣੀ ਪਠਾਰ ਦਾ ਏਰੀਆ ਦਾ, ਹਿਮਾਲਿਆ ਦਾ ਏਰੀਆ। ਅਸੀਂ ਦੇਖਦੇ ਹਾਂ ਜੋਗਰਾਫੀਕਲ ਵਾਈਜ਼ ਸਭ ਤੋਂ ਜ਼ਿਆਦਾ ਭਾਰਤ ਦੇ ਵਿੱਚ ਪਠਾਰਾਂ ਪਾਈਆਂ ਜਾਂਦੀਆਂ ਨੇ। ਦੱਖਣ ਦੀਆਂ ਪਠਾਰਾਂ ਬਹੁਤ ਵੱਡੀਆਂ ਨੇ, ਹੇਠੋਂ ਸਟਾਰਟ ਹੋ ਜਾਂਦੀਆਂ, ਉਹ ਦਿੱਲੀ ਤੱਕ ਵੀ ਆਉਂਦੀ ਆ ਪਠਾਰ ਉਹ, ਪਰ ਅਸੀਂ ਰਾਜਸਥਾਨ ਤੋਂ ਮੰਨਦੇ ਹਾਂ, ਰਾਜਸਥਾਨ ਤੋਂ ਚੱਲਦੀ ਹੋਈ ਉਹ ਲਾਸਟ ਮਹਾਰਾਸ਼ਟਰ ਤੱਕ ਦੱਖਣ ਦੀਆਂ ਪਠਾਰਾਂ ਚੱਲਦੀਆਂ, ਉਹਨੂੰ ਡੈਕਨ ਪਲੇਟਿਊ ਕਿਹਾ ਜਾਂਦਾ। ਅਗਲਾ ਕੁਐਸਚਨ ਆ, ਅਸੀਂ ਦੇਖਦੇ ਹਾਂ ਕਿ ਇੱਕ ਕਮੇਟੀ ਨੇ ਕਿਹਾ ਸੀਗਾ ਕਿ ਭਾਰਤ ਵਿੱਚ ਪਾਰਲੀਮੈਂਟਰੀ ਸਿਸਟਮ ਦੀ ਥਾਂ 'ਤੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੋਣਾ ਚਾਹੀਦਾ। ਪਾਰਲੀਮੈਂਟਰੀ ਸਿਸਟਮ ਕਿਹੜਾ? ਵੀ ਜਿਵੇਂ ਲੋਕ ਸਭਾ ਰਾਜ ਸਭਾ ਸਿਸਟਮ ਆ, ਇਹ ਨਹੀਂ ਹੋਣਾ ਚਾਹੀਦਾ। ਜਿਵੇਂ ਅਮਰੀਕਾ 'ਚ ਤਾਂ ਪ੍ਰੈਜ਼ੀਡੈਂਟ ਵਾਸਤੇ ਵੋਟਾਂ ਪੈਂਦੀਆਂ ਨੇ, ਉਹ ਸਿਸਟਮ ਹੋਣਾ ਚਾਹੀਦਾ। ਇਹ ਗੱਲ ਕਿਹਨੇ ਕਹੀ ਸੀ? ਅਸੀਂ ਬਹੁਤ ਹੀ ਫੇਮਸ ਕਮੇਟੀ ਹੈ ਸਵਰਨ ਸਿੰਘ ਕਮੇਟੀ। ਸਵਰਨ ਸਿੰਘ ਕਮੇਟੀ ਦੀਆਂ ਹਦਾਇਤਾਂ ਦੇ ਅੰਡਰ ਅਸੀਂ ਕੀ ਆ ਇਹ ਸਿਸਟਮ ਉਹਨੇ ਕਿਹਾ ਸੀਗਾ, ਪਰੰਤੂ ਮੰਨਿਆ ਨਹੀਂ ਗਿਆ। ਤੁਹਾਡੇ ਵਾਸਤੇ ਕੁਐਸਚਨ ਆ, ਸਵਰਨ ਸਿੰਘ ਕਮੇਟੀ ਨੇ ਇੱਕ ਹੋਰ ਵੀ ਚੀਜ਼ ਬਣਾਈ ਹੈ, ਤਾਂ ਕਿਹੜੀ ਚੀਜ਼ ਸਵਰਨ ਸਿੰਘ ਕਮੇਟੀ ਦੇ ਅੰਡਰ ਬਣੀ ਆ? ਸਾਡੇ ਸੰਵਿਧਾਨ ਦਾ ਬਹੁਤ ਹੀ ਜ਼ਰੂਰੀ ਭਾਗ ਆ। ਕਿਹੜੀ ਬਣਾਈ ਆ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖਣਾ ਸਾਥੀਓ। ਅਗਲਾ ਚੱਲਣਾ ਲਾਸਟ ਕੁਐਸਚਨ ਅੱਜ ਦਾ। ਕੁਐਸਚਨ ਇਹ ਆ ਕਿ ਜਿਹੜੀ ਆਰਬਿਟਲ ਵੈਲੋਸਿਟੀ ਹੁੰਦੀ ਆ, ਕੋਈ ਵੀ ਸੈਟੇਲਾਈਟ ਜਿਹੜਾ ਧਰਤੀ ਦੇ ਆਲੇ ਦੁਆਲੇ ਘੁੰਮ ਰਿਹਾ, ਤਾਂ ਉਹਦੀ ਕੋਈ ਨਾ ਕੋਈ ਵੈਲੋਸਿਟੀ ਹੋਊ, ਇੱਕ ਗਤੀ ਹੋਊਗੀ। ਕਿੰਨੀ ਗਤੀ ਦੇ ਨਾਲ ਉਹ ਧਰਤੀ ਦੇ ਆਲੇ ਦੁਆਲੇ ਘੁੰਮਦਾ? ਤਾਂ ਜਿਹੜਾ ਕੋਈ ਸੈਟੇਲਾਈਟ ਆ ਭੇਜਦੇ ਆ, ਉਹਦੀ ਗਤੀ 3.08 ਕਿਲੋਮੀਟਰ ਪ੍ਰਤੀ ਸਕਿੰਟ ਹੁੰਦੀ ਹੈ। ਬਹੁਤ ਹੀ ਵਧੀਆ ਕੁਐਸਚਨ ਆ, ਬਹੁਤ ਹੀ ਇੰਪੋਰਟੈਂਟ ਕੁਐਸਚਨ ਆ ਸਾਇੰਸ ਦਾ ਕਿ ਆਰਬਿਟਲ ਵੈਲੋਸਿਟੀ ਕਿਸੇ ਵੀ ਜੀਓ ਸਟੇਸ਼ਨਰੀ ਸੈਟੇਲਾਈਟ ਦੀ 3.08 ਕਿਲੋਮੀਟਰ ਪ੍ਰਤੀ ਸਕਿੰਟ ਹੁੰਦੀ ਹੈ। ਤਾਂ ਸਾਥੀਓ ਅੱਜ ਦੇ ਇਹ 30 ਕੁਐਸਚਨ ਸੀਗੇ। ਇਹਨੂੰ ਚੰਗੀ ਤਰ੍ਹਾਂ ਪੜ੍ਹਨਾ, ਨੋਟਸ ਬਣਾਉਣ ਦੀ ਕੋਸ਼ਿਸ਼ ਕਰਨੀ। ਨਾਲ ਪੰਜਾਬ ਪੁਲਿਸ ਦਾ ਬੈਚ ਆਪਣਾ ਸਟਾਰਟ ਹੋ ਚੁੱਕਿਆ। ਕੋਈ ਵੀ ਮੁੰਡਾ ਪੰਜਾਬ ਪੁਲਿਸ ਦੀ ਤਿਆਰੀ ਜਾਂ ਕੋਈ ਵੀ ਦੈਟ ਇਜ਼ ਕੀ ਡਿਫੈਂਸ ਐਗਜ਼ਾਮ ਤਿਆਰੀ ਕਰਨਾ ਚਾਹੁੰਦਾ, ਉਹ ਮੇਰੇ ਨਾਲ ਜ਼ਰੂਰ ਸੰਪਰਕ ਕਰ ਲੇ। ਰਿਹਾਇਸ਼ ਦਾ ਵਧੀਆ ਪ੍ਰਬੰਧ ਆ, ਪੜ੍ਹਾਈ ਦਾ ਪ੍ਰਬੰਧ ਵਧੀਆ। ਧੰਨਵਾਦ ਜੀ।